ਦੂਜੇ ਇਲਜ਼ਾਮ ਤੁਹਾਡੇ ਤੇ ਲਾਉਂਦੇ ਆ ਤੁਹਾਡੇ ਕਰਕੇ ਪੰਜਾਬ ਦੇ ਵਿੱਚ ਇੰਡਸਟਰੀ ਨਹੀਂ ਆ ਰਹੀ। ਇਹ ਪੰਜਾਬ ਸਰਕਾਰ ਦੀ ਨੋਟੀਫਿਕੇਸ਼ਨ ਕਹਿੰਦੀ ਹੈ ਵੀ ਤੁਹਾਡੇ ਕਰਕੇ ਪੰਜਾਬ ਦੇ ਵਿੱਚ ਇੰਡਸਟਰੀ ਨਹੀਂ ਆ ਰਹੀ। ਤੁਸੀਂ ਉਹ ਲੋਕ ਹੋ ਜਿਨ੍ਹਾਂ ਨੇ ਵਪਾਰੀਆਂ ਨੂੰ ਤੰਗ ਕਰ ਰੱਖਿਆ। ਇਹ ਲਿਖਿਆ ਇਹਦੇ 'ਚ ਕੰਸਾਈਨਰ ਐਂਡ ਕੰਸਾਈਨੀ। ਤੁਸੀਂ ਸਮਝਦੇ ਆ ਕੰਸਾਈਨਰ ਕੰਸਾਈਨੀ ਕੌਣ ਹੈ? ਮਾਲ ਭੇਜਣ ਵਾਲਾ, ਮਾਲ ਲੈਣ ਵਾਲਾ। ਇਹ ਲਿਖਿਆ ਇਹਦੇ ਵਿੱਚ ਵੀ ਤੁਹਾਡੀ ਵਜ੍ਹਾ ਨਾਲ ਪੰਜਾਬ ਦੀ ਤਰੱਕੀ ਨਹੀਂ ਹੋ ਰਹੀ। ਕਹਿਣ ਦਾ ਮਤਲਬ ਮੋਟਾ ਇਹ ਹੈ। ਹੁਣ ਤੁਸੀਂ ਦੇਖ ਲਓ ਵੀ ਤੁਸੀਂ ਇਹ ਅਕਸਰ ਰੱਖਦੇ ਆ ਸਰਕਾਰਾਂ ਦੀਆਂ ਨਜ਼ਰਾਂ ਦੇ ਵਿੱਚ, ਉਹ ਜੋ ਮਰਜ਼ੀ ਕਹੀ ਜਾਣ। ਉਸ ਤੋਂ ਬਾਅਦ ਅੱਗੇ ਨੋਟੀਫਿਕੇਸ਼ਨ ਜਾਰੀ ਹੁੰਦੀ ਹੈ, ਪਹਿਲਾਂ ਉਹਦਾ ਕਾਰਨ ਦੱਸਿਆ ਜਾਂਦਾ ਹੈ। ਲਿਖਿਆ ਵੀ ਫ੍ਰੀ ਟ੍ਰੇਡ ਐਂਡ ਕਮਰਸ ਦੇ ਵਿੱਚ ਬੋਟਲ ਨੈਕ ਹੋ ਤੁਸੀਂ। ਜਿਵੇਂ ਬੋਤਲ ਦੀ ਉੱਪਰਲੀ ਸੰਘੀ ਟਾਈਟ ਹੁੰਦੀ ਹੈ ਨਾ, ਤੁਸੀਂ ਐ ਪੰਜਾਬ ਦੀ ਗਰੋਥ ਨੂੰ ਉਹਦੀ ਸੰਘੀ ਨੱਪ ਰੱਖੀ ਹੈ। ਇਹ ਇਲਜ਼ਾਮ ਹੈ ਤੁਹਾਡੇ ਤੇ ਉਸ ਤੋਂ ਬਾਅਦ ਇਹ ਨੋਟੀਫਿਕੇਸ਼ਨ ਜਾਰੀ ਹੋਈ ਹੈ। ਹੁਣ ਤੁਸੀਂ ਦੇਖ ਲਓ ਵੀ ਤੁਸੀਂ ਇਹ ਕੰਮ ਕੀਤਾ ਕਿ ਤੁਸੀਂ ਜ਼ਿੰਮੇਵਾਰ ਹੋ ਜੇ ਅੱਜ ਪੰਜਾਬ ਕਰਕ ਰਿਹਾ ਹੈ ਕਿ ਟਰੱਕ ਯੂਨੀਅਨ ਜ਼ਿੰਮੇਵਾਰ ਹੈ। ਪਰ ਪੰਜਾਬ ਸਰਕਾਰ ਦੀ ਨੋਟੀਫਿਕੇਸ਼ਨ ਹੈ ਕਹਿੰਦੀ ਆ। ਖੈਰ ਜਿਨ੍ਹਾਂ ਨੇ ਇਹ ਜਾਰੀ ਕੀਤੀ ਉਹ ਮੁੱਖ ਮੰਤਰੀ ਸਾਹਿਬ ਹੁਣ ਜਾ ਚੁੱਕੇ ਆ। ਪਰ ਫਿਰ ਵੀ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਵੀ 2017 ਦੇ ਵਿੱਚ ਟਰੱਕ ਯੂਨੀਅਨਾਂ ਖਤਮ ਕਰਤੀਆਂ। ਚਲੋ ਜੀ, ਅਸੀਂ ਤਾਂ ਇੰਡਸਟਰੀ ਨੂੰ ਆਉਣ ਨਹੀਂ ਦਿੰਦੇ ਸੀ, ਅਸੀਂ ਵੱਡੀਆਂ ਕੰਪਨੀਆਂ ਨੂੰ ਤੰਗ ਕਰਦੇ ਸੀ। ਉਸ ਤੋਂ ਬਾਅਦ ਕਿੰਨੀ ਇੰਡਸਟਰੀ ਲੱਗੀ ਪੰਜਾਬ ਦੇ ਵਿੱਚ? 5 ਸਾਲ ਹੋ ਗਏ। ਕਿੰਨੀ ਕੁ ਇੰਡਸਟਰੀ ਲੱਗ ਗਈ? ਕਿਹੜਾ ਇੱਥੇ ਟਾਟਾ ਨੇ ਫੈਕਟਰੀ ਲਾ ਲਈ? ਆ ਸਾਰੇ ਇੰਡੀਆ ਤੋਂ ਵੱਧ ਤੁਸੀਂ ਟਰੱਕ ਖਰੀਦਦੇ ਆ। ਕੋਈ ਟਰੱਕ ਬਣਾਉਣ ਵਾਲੀ ਕੰਪਨੀ ਲੱਗ ਜਾਂਦੀ ਹੈ ਇੱਥੇ, ਕੋਈ ਟਾਟਾ ਦਾ ਪਲਾਂਟ ਲਾ ਲੇ, ਐਕਸ਼ਨ ਲਾ ਲੇ, ਲੇਲੈਂਡ ਲਾ ਲੇ, ਕੋਈ ਕਾਰਾਂ ਵਾਲਾ ਲਾ ਲੇ। ਸਭ ਤੋਂ ਜ਼ਿਆਦਾ ਕਾਰਾਂ ਖਰੀਦਦੇ ਹੋ ਤੁਸੀਂ, ਲਗਜ਼ਰੀ। ਲੱਗੀ ਕੋਈ ਫੈਕਟਰੀ? ਕੋਈ ਹੈ ਟੋਮੈਟੋ ਸੌਸ, ਕੋਈ ਐਗਰੋ ਪ੍ਰੋਸੈਸਿੰਗ ਇੰਡਸਟਰੀ ਕਿਹੜੀ ਆਈ ਹੈ? ਦੱਸੋ ਵੀ ਜੇ ਟਰੱਕ ਯੂਨੀਅਨਾਂ ਦੇ ਤੁਸੀਂ ਇਹ ਕਹਿੰਦੇ ਆ ਵੀ ਟਰੱਕ ਯੂਨੀਅਨਾਂ ਨਿੱਜੀ ਇੰਡਸਟਰੀ ਨੂੰ ਫੁੱਲਣ ਦਿੰਦੀਆਂ, ਫਿਰ ਉਹ ਤਾਂ ਖਤਮ ਹੋ ਗਈਆਂ। ਹੁਣ ਲਾ ਲਓ ਇੰਡਸਟਰੀ, ਕਿੱਥੇ ਇੰਡਸਟਰੀ? ਤੇ ਮੈਂ ਉਦੋਂ ਹੀ ਕਿਹਾ ਸੀ 2017 ਚ ਵੀ ਪਤਾ ਲੱਗ ਜੂ 3 ਸਾਲਾਂ ਦੇ ਅੰਦਰ ਵੀ ਇਹ ਤੁਹਾਡੇ ਤਰਕ ਦੇ ਵਿੱਚ ਕਿੰਨਾ ਦਮ ਹੈ। ਅਸਲ ਦੇ ਵਿੱਚ ਹੁਣ ਦੇ ਪਿੱਛੇ ਕੀ ਕਾਰਨ ਹੈ, ਕਿਉਂ ਕੀਤੇ ਹੈ, ਕਿੰਨਾ ਵਪਾਰੀਆਂ ਨੂੰ ਖੁਸ਼ ਕਰਨ ਵਾਸਤੇ ਕੀਤਾ, ਸਮਝ ਤੋਂ ਬਾਹਰ ਹੈ। ਮੈਂ ਇਹ ਵੀ ਸੋਚਦਾ ਸੀ ਵੀ ਚਲੋ ਟਰੱਕ ਯੂਨੀਅਨਾਂ ਖਤਮ ਹੋ ਗਈਆਂ, ਪਰ ਜੇ ਇੰਡਸਟਰੀ ਬਹੁਤ ਲੱਗੀ ਤਾਂ ਟਰੱਕ ਵਾਲਿਆਂ ਨੂੰ ਕੰਮ ਤਾਂ ਮਿਲੂ। ਚਲੋ ਟਰੱਕ ਯੂਨੀਅਨਾਂ ਨਾ ਸਹੀ ਕੰਮ ਤਾਂ ਮਿਲੇ ਨਾ, ਕੰਮ ਵੀ ਨਹੀਂ ਮਿਲ ਰਿਹਾ। ਟਰੱਕ ਯੂਨੀਅਨਾਂ ਵੀ ਤੁਸੀਂ ਖਤਮ ਕਰਤੀਆਂ। ਪੰਜਾਬ ਦੀ ਇੱਕੋ ਇੱਕ ਇੰਡਸਟਰੀ ਸੀਗੀ ਟਰੱਕ ਯੂਨੀਅਨ। ਪੂਰੇ ਇੰਡੀਆ ਦੇ ਵਿੱਚ ਅਸੀਂ ਕਵਰੇਜ ਦਿੰਦੇ ਆ, 25 ਸਟੇਟਾਂ ਦੇ ਵਿੱਚ ਚੈਨਲ ਦੇਖਦੇ ਆ। ਇਸ ਵੇਲੇ ਵੀ ਜਿਹੜਾ ਮੈਂ ਬੋਲ ਰਿਹਾ 25 ਸਟੇਟਾਂ 'ਚ ਤੁਹਾਨੂੰ ਦੇਖ ਵੀ ਰਹੇ, ਸੁਣ ਵੀ ਰਹੇ। ਕਿਤੇ ਮਰਜ਼ੀ ਚਲੇ ਜਾਓ, ਕਲਕੱਤੇ ਚਲੇ ਜਾਓ, ਮਹਾਰਾਸ਼ਟਰ ਚਲੇ ਜਾਓ, ਆਪਣੇ ਪੰਜਾਬੀ ਬੰਦੇ ਉੱਥੇ ਵੀ। ਤੇ ਆਪਣੀ ਤਾਂ ਪੰਜਾਬੀਆਂ ਦੀ ਇੱਕ ਜ਼ਿਆਦਾ ਕਿਸਾਨੀ ਤੇ ਦੂਜੀ ਟਰਾਂਸਪੋਰਟ, ਦੋ ਆਪਣੇ ਪਹਿਲਾਂ ਬਹੁਤ ਬੇਸਿਕ ਕਿੱਤੇ ਆ। ਤੁਸੀਂ ਉਹ ਵੀ ਖਤਮ ਕਰ ਲਏ ਯਾਰ। ਤੁਹਾਡੇ ਕੋਲ ਨਵੇਂ ਵੀ ਨਹੀਂ ਆਏ, ਬਾਹਰੋਂ ਵੀ ਕੋਈ ਇੰਡਸਟਰੀ ਵੀ ਨਹੀਂ ਆਈ। ਤੁਹਾਡੀ ਆਪਦੀ ਇੰਡਸਟਰੀ ਸੀ ਜਿਹੜੀ, ਉਹਨੂੰ ਵੀ ਬਰਬਾਦ ਕਰ ਲਿਆ। ਹੁਣ ਕਿਸਾਨੀ ਨੂੰ ਵੀ ਹੱਥ ਪਾ ਲਿਆ, ਉਹ ਤਾਂ ਚਲੋ ਬਚ ਗਏ ਕਿਸੇ ਤਰੀਕੇ ਨਾਲ। ਹੁਣ ਤੁਹਾਡੀ ਵਾਰੀ ਹੈ। ਤੇ ਇਹ ਮੇਰਾ ਇੱਕ ਹੋਰ ਤਰਕ ਮੈਂ ਇਹਦੇ ਨਾਲ ਹੀ ਦੇਣਾ ਚਾਹੁੰਦਾ ਵੀ ਇੰਡਸਟਰੀ ਤਾਂ ਆਈ ਨਹੀਂ। ਦੂਜਾ ਸਵਾਲ, ਜੇ ਟਰੱਕ ਯੂਨੀਅਨ ਕਿਤੇ ਤਕੜੀ ਹੋਵੇ ਉਹਦਾ ਮਤਲਬ ਇਹ ਨਹੀਂ ਹੈਗਾ ਵੀ ਵਪਾਰੀ ਬਰਬਾਦ ਹੋ ਜਾਂਦਾ ਜਾਂ ਇੰਡਸਟਰੀ ਬਰਬਾਦ ਹੋ ਜਾਂਦੀ ਹੈ। ਉਹਦੀ ਐਗਜ਼ਾਮਪਲ ਆਪਣੇ ਗੁਆਂਢ 'ਚ ਨਾਲਾਗੜ੍ਹ ਬੱਦੀ ਬਰੋਟੀ ਵਾਲਾ ਹੈਗਾ। ਉੱਥੇ ਹਿੰਦੁਸਤਾਨ ਦੀ ਸਭ ਤੋਂ ਵੱਡੀ ਯੂਨੀਅਨਾਂ ਦੇ ਵਿੱਚੋਂ ਉਹ ਯੂਨੀਅਨ ਹੈਗੀ ਆ। ਕੀ ਉੱਥੇ ਇੰਡਸਟਰੀ ਬਰਬਾਦ ਹੋ ਗਈ? ਸਾਰੇ ਪੰਜਾਬ 'ਚ ਉਨੀ ਇੰਡਸਟਰੀ ਨਹੀਂ ਜਿੰਨੀ ਇਕੱਲੀ ਨਾਲਾਗੜ੍ਹ ਦੇ ਵਿੱਚ ਇੰਡਸਟਰੀ ਲੱਗੀ ਹੋਈ ਹੈ। ਜੇ ਉੱਥੇ ਯੂਨੀਅਨ ਤਗੜੀ ਸੀਗੀ, ਕਿਹੜੀ ਇੰਡਸਟਰੀ ਭੱਜ ਗਈ ਉੱਥੋਂ? ਇੰਡਸਟਰੀ ਹਮੇਸ਼ਾ ਪ੍ਰੈਸ਼ਰ ਪਾਉਂਦੀ ਰਹੂਗੀ ਵੀ ਟਰੱਕ ਯੂਨੀਅਨ ਬਰਬਾਦ ਹੋਵੇ, ਪਰ ਅਗਲਿਆਂ ਨੇ ਹੋਣ ਦਿੱਤੀ। ਅਗਲਿਆਂ 'ਚ ਦਮ ਸੀਗਾ, ਟੁੱਟਣ ਨਹੀਂ ਦਿੱਤੀ, ਵੱਧਦੀ ਜਾਂਦੀ ਆ। ਉਹ ਗਿਆਨ ਸਿੰਘ ਜੀ ਪ੍ਰਧਾਨ ਹੁੰਦੇ ਸੀ, ਕਈ ਸਾਲ ਰਹੇ। ਹੁਣ ਤਾਂ ਮੈਨੂੰ ਲੱਗਦਾ ਚੜ੍ਹਾਈ ਕਰਕੇ। ਮੈਂ ਉਹਨਾਂ ਨੂੰ ਕਈ ਸਾਲ ਪਹਿਲਾਂ ਮਿਲਿਆ ਸੀਗਾ ਤੇ ਉਹ ਬੰਦੇ 'ਚ ਦਮ ਸੀਗਾ। ਯੂਨੀਅਨ ਨਹੀਂ ਉਦੋਂ ਉਹਨਾਂ ਨੇ ਟੁੱਟਣ ਦਿੱਤੀ ਤੇ ਇੰਡਸਟਰੀ ਵੀ ਚੱਲ ਰਹੀ ਆ, ਟਰੱਕ ਵੀ ਚੱਲ ਰਹੇ ਆ। ਜਿੰਨਾ ਕਿ ਮੇਰੀ ਸਮਝ ਆ ਵੀ ਜੇ ਤੁਹਾਡੇ ਪੰਜਾਬ ਦੇ ਵਿੱਚ ਕਿਸੇ ਕੋਲ 15 ਟਰੱਕ, ਨਾਲਾਗੜ੍ਹ ਵਾਲੀ ਯੂਨੀਅਨ ਦੇ ਵਿੱਚ 2 ਟਰੱਕ ਬਰਾਬਰ ਕਮਾਈ ਹੈ। ਜੇ ਮੈਂ ਗਲਤ ਕਹਿ ਰਿਹਾ ਤਾਂ ਦੱਸਿਓ। ਬਿਲਕੁਲ ਸਹੀ ਹੈ। ਤੇ ਉਹ ਇਸੇ ਕਰਕੇ ਆ ਵੀ ਇੱਕ ਆ ਵਧੀਆ ਲੀਡਰਸ਼ਿਪ ਸੀਗੀ, ਏਕਾ ਹੈਗਾ। ਇੰਡਸਟਰੀ ਵੀ ਲੈ ਲਈ ਅਗਲੇ ਨੇ, ਪੰਜਾਬ ਤੋਂ ਖੋ ਕੇ ਲੈ ਗਏ, ਤੇ ਟਰੱਕ ਵੀ ਅਗਲੇ ਦੇ ਕਾਮਯਾਬ ਆ। ਸਾਊਥ ਇੰਡੀਆ ਦੇ ਵਿੱਚ ਵੀ ਇਹੀ ਹਾਲ ਆ। ਸਾਊਥ ਦੇ ਵਿੱਚ ਵੀ 70 ਹਜ਼ਾਰ ਦੀ ਟਰੱਕ ਯੂਨੀਅਨ ਆ। ਉੱਥੇ ਵੀ ਇੰਡਸਟਰੀ ਵਧੀਆ ਚੱਲ ਰਹੀ ਹੈ, ਆਪਣੇ ਨਾਲੋਂ ਜ਼ਿਆਦਾ ਇੰਡਸਟਰੀ ਆ। ਟਰੱਕ ਯੂਨੀਅਨ ਵੀ ਵਧੀਆ ਉਹਨਾਂ ਦੀ ਚੱਲਦੀਆਂ ਨੇ ਦੋਨੋਂ। ਮੇਰੇ ਕਹਿਣ ਦਾ ਮਤਲਬ ਜਿਹੜਾ ਦਿਮਾਗ 'ਚ ਕੀੜਾ ਪਿਆ ਸਰਕਾਰਾਂ ਦੇ ਵੀ ਟਰੱਕ ਯੂਨੀਅਨ ਜੇ ਕਾਮਯਾਬ ਹੋ ਗਈ ਇੰਡਸਟਰੀ ਬਰਬਾਦ ਹੋ ਜੂ, ਇਹ ਗਲਤ ਤਰਕ ਆ। ਜੇ ਤੁਹਾਡੇ ਨਾਲ ਟੇਬਲ ਤੇ ਬਿਠਾ ਕੇ ਗੱਲ ਕਰਦੇ ਆ ਤਾਂ ਤੁਸੀਂ ਐਗਜ਼ਾਮਪਲ ਦੇ ਸਕਦੇ ਆ ਹਿਮਾਚਲ ਦੀ। ਇੱਕ ਗੱਲ ਮੈਂ ਹੋਰ ਕਹਿਣਾ,
ਅੱਜ ਕੱਲ ਵਿਚਾਰੇ ਆਪਣੇ ਹੋਰ ਲੋਕ ਡੰਡੇ ਖਾਂਦੇ ਫਿਰਦੇ ਆ, ਜਿਹੜੇ ਸਕੂਲਾਂ ਦੇ ਅਧਿਆਪਕ ਆ ਉਹ ਥਾਂ ਥਾਂ ਤੇ ਕੋਈ ਵਿਚਾਰਾ ਟੈਂਕੀਆਂ ਤੇ ਚੜੀ ਫਿਰਦਾ, ਕਿਤੇ ਉਹਨਾਂ ਦੇ ਡੰਡੇ ਪਈ ਜਾਂਦੇ ਆ, ਉਹ ਨੌਕਰੀਆਂ ਮੰਗਦੇ ਆ, ਉਹ ਵੀ ਆਪਦੀ ਥਾਂ ਤੇ ਸੱਚੇ ਆ ਵਿਚਾਰੇ। ਪਰ ਮੈਂ ਇਹ ਕਹਿਣਾ ਵੀ ਜਦੋਂ ਲੱਖ ਨੌਕਰੀ ਦਵੋਗੇ, 50,000 ਨੌਕਰੀ ਦਵੋਗੇ, ਕੱਲੇ ਨੂੰ 50,000 ਦੀ ਤਨਖਾਹ ਦਵੋਗੇ, ਤਾਂ ਡੈਫੀਨੇਟਲੀ ਉਹਨਾਂ ਦੇ ਖਜ਼ਾਨੇ ਬਾਰੇ ਉਹਨਾਂ ਨੂੰ ਸੋਚਣਾ ਪਊਗਾ ਵੀ ਖਜ਼ਾਨੇ 'ਚ ਇੰਨਾ ਪੈਸਾ ਕਿੱਥੋਂ ਆਊਗਾ। ਠੀਕ ਹੈ, ਤੁਸੀਂ ਤਾਂ ਨੌਕਰੀ ਵੀ ਨਹੀਂ ਮੰਗਦੇ, ਤੁਸੀਂ ਤਾਂ ਕੋਈ ਪੱਕੀ ਨੌਕਰੀ ਵੀ ਨਹੀਂ ਮੰਗਦੇ। ਕਹਿਣਾ ਮੈਂ ਕੀ ਚਾਹੁੰਦਾ ਵੀ ਤੁਹਾਡੀ ਇਹ ਮੰਗ ਮੰਨਣ ਨਾਲ ਸਰਕਾਰ ਦੇ ਖਜ਼ਾਨੇ 'ਤੇ ਇੱਕ ਪੈਸੇ ਦਾ ਬੋਝ ਨਹੀਂ ਪੈ ਰਿਹਾ, ਫਿਰ ਕੀ ਦਿੱਕਤ ਹੈ? ਸਹੀ ਆਰਡਰ ਹੀ ਪਾਸ ਕਰ ਲੈਣਾ ਵੀ ਆਹ ਕਾਗਜ਼ ਜਿਹੜਾ ਮੇਰੇ ਹੱਥ 'ਚ ਹੈ ਵੀ ਅੱਜ ਤੋਂ ਬਾਅਦ ਕੈਂਸਲ ਹੈ। ਤੁਸੀਂ ਆਪਦੀ ਯੂਨੀਅਨ ਬਣਾ ਲਓ, ਸਰਕਾਰ ਦੇ ਤੁਸੀਂ ਤਨਖਾਹ ਨਹੀਂ ਮੰਗਦੇ, ਤੁਸੀਂ ਪੱਕੀ ਨੌਕਰੀ ਨਹੀਂ ਮੰਗਦੇ, ਫਿਰ ਵੀ ਜੇ ਸਰਕਾਰ ਗੱਲ ਨਹੀਂ ਸੁਣਦੀ ਤਾਂ ਗਲਤ ਗੱਲ ਹੈ। ਮੁਰਦਾਬਾਦ ਮੁਰਦਾਬਾਦ ਸਰਕਾਰ ਮੁਰਦਾਬਾਦ ਸਰਕਾਰ ਮੁਰਦਾਬਾਦ ਟਰਾਂਸਪੋਰਟ ਟੀਵੀ ਜਿੰਦਾਬਾਦ ਟਰਾਂਸਪੋਰਟ ਟੀਵੀ ਜਿੰਦਾਬਾਦ ਟਰਾਂਸਪੋਰਟ ਟੀਵੀ ਜਿੰਦਾਬਾਦ ਪੰਜਾਬ ਟਰੱਕ ਯੂਨੀਅਨ ਜਿੰਦਾਬਾਦ ਪੰਜਾਬ ਟਰੱਕ ਯੂਨੀਅਨ ਜਿੰਦਾਬਾਦ ਪੰਜਾਬ ਟਰੱਕ ਯੂਨੀਅਨ ਜਿੰਦਾਬਾਦ। ਜਿਹੜੀਆਂ ਗੱਲਾਂ ਮੈਂ ਕਰ ਰਿਹਾ ਨਾਰਮਲੀ ਪੱਤਰਕਾਰ ਕਰਦੇ ਨਹੀਂ ਹੁੰਦੇ, ਪਰ ਅਸੀਂ ਆਪਦੇ ਆਪ ਨੂੰ ਸੱਚੀ ਗੱਲ ਦੱਸੀਏ, ਪੱਤਰਕਾਰ ਸਮਝਦੇ ਨਹੀਂ, ਅਸੀਂ ਹਮੇਸ਼ਾ ਆਪਦੇ ਆਪ ਨੂੰ ਫੈਮਿਲੀ ਮੈਂਬਰ ਸਮਝਿਆ ਤੁਹਾਡਾ। ਪਰ ਸਾਡੀ ਡਿਊਟੀ ਅਸੀਂ ਇਹ ਸਮਝੀ ਆ ਵੀ ਤੁਸੀਂ ਟਰੱਕ ਚਲਾਉਂਦੇ ਹੋ, ਤੁਸੀਂ ਟਰਾਂਸਪੋਰਟੇਸ਼ਨ ਚਲਾਉਂਦੇ ਹੋ, ਅਸੀਂ ਤੁਹਾਡੀ ਆਵਾਜ਼ ਰੱਖੀ ਹੈ ਸਰਕਾਰ ਕੋਲ, ਇਹ ਕੰਮ ਵੀ ਕਿਸੇ ਨੂੰ ਕਰਨਾ ਬਣਦਾ। ਇਸ ਕਰਕੇ ਥੋੜਾ ਜਿਹਾ ਜਜ਼ਬਾਤੀ ਵੀ ਹੋ ਜਾਂਦਾ ਮੈਂ ਕਈ ਵਾਰੀ, ਮੈਨੂੰ ਵੀਡੀਓ ਦੇ ਥੱਲੇ ਕਮੈਂਟ ਆਉਂਦੇ ਭਾਜੀ ਤੁਹਾਡੇ ਕੋਲ ਕਿੰਨੇ ਟਰੱਕ ਆ, ਤੁਸੀਂ ਬੜਾ ਗੁੱਸਾ ਆ ਜਾਂਦਾ। ਮੇਰੇ ਕੋਲ ਕੋਈ ਟਰੱਕ ਨਹੀਂ ਹੈਗਾ, ਮੇਰੇ ਕੋਲ ਕੋਈ ਬੱਸ ਨਹੀਂ ਹੈਗੀ। ਮੈਨੂੰ ਹਾਂ ਠੀਕ ਆ, ਪਿਆਰ ਹੈਗਾ ਇਸ ਡਿਪਾਰਟਮੈਂਟ ਨਾਲ ਵੀ ਯਾਰ, ਇੰਨਾ ਮੈਨੂੰ ਲੱਗਦਾ ਕਿਸਾਨੀ ਤੋਂ ਬਾਅਦ ਜੇ ਕਿਸੇ ਕਿੱਤੇ ਨਾਲ ਲੋਕ ਜੁੜੇ ਆ ਤਾਂ ਇਸ ਕਿੱਤੇ ਨਾਲ ਜੁੜੇ ਹੋਏ ਆ, ਤਾਂ ਵੀ ਨਸ਼ਰਿਆਮ ਧੱਕਾ ਹੁੰਦਾ। ਹੋਰ ਵੀ 20 ਮਸਲੇ ਆ, ਚਲੋ ਆਪਾਂ ਉਹ 'ਤੇ ਨਹੀਂ ਆਉਂਦਾ। ਮੈਂ ਇੱਕ ਮਸਲਾ ਹੋਰ ਜਿਹੜਾ ਓਵਰਲੋਡ ਵਾਲਾ ਮਸਲਾ ਵੀ ਮੈਨੂੰ ਦੱਸਿਆ। ਓਵਰਲੋਡ 'ਚ ਦੇਖੋ ਮੈਂ 2007 ਤੋਂ ਮੀਡੀਆ ਰਿਪੋਰਟਿੰਗ ਕਰਦਾ ਟਰਾਂਸਪੋਰਟ ਸੈਕਟਰ ਦੀ, ਮੈਂ ਉਦੋਂ ਅਖਬਾਰ ਸ਼ੁਰੂ ਕੀਤਾ ਸੀ, 14 ਸਾਲ ਮੈਨੂੰ ਵੀ ਹੋ ਗਏ। ਮੈਂ ਇਹ ਸਮਝਿਆ ਵੀ ਜੇ ਓਵਰਲੋਡ ਖਤਮ ਹੋ ਜੂਗੀ ਤਾਂ ਜਿਹੜੇ ਉੱਪਰਲੇ ਅਫਸਰ ਆ ਐਨਫੋਰਸਮੈਂਟ ਏਜੰਸੀਆਂ ਨੂੰ ਪੈਸੇ ਬਣਨੋਂ ਹਟ ਜਾਣਗੇ, ਮੁੱਦਾ ਕੋਈ ਨਹੀਂ ਹੈਗਾ। ਜਿਹੜਾ ਵੀ ਸਿਆਣਾ ਆਪਰੇਟਰ ਆ ਉਹ ਓਵਰਲੋਡ ਨਹੀਂ ਕਰਨਾ ਚਾਹੁੰਦਾ, ਜਿੰਨੀ ਕਿ ਮੈਨੂੰ ਸਮਝ ਆਈ ਆ। ਮੁੱਦਾ ਹੈਗਾ ਡਿਮਾਂਡ ਸਪਲਾਈ ਦਾ, ਗੱਡੀਆਂ ਜ਼ਿਆਦਾ ਮਾਲ ਘੱਟ ਆ, ਵਪਾਰੀ ਕਹਿੰਦਾ ਵੀ ਤੂੰ ਪਾਣਾ ਓਵਰਲੋਡ ਕਿ ਮੈਂ ਦੂਜੇ ਨੂੰ ਬੁਲਾਵਾਂ, ਤਾਂ ਬੰਦਾ ਮਜਬੂਰੀ 'ਚ ਪਾ ਲੈਂਦਾ, ਬਾਅਦ 'ਚ 20,000 ਦੇ ਚਲਾਨ ਕਟਾਈ ਜਾਂਦਾ। ਹੁਣ ਤਾਂ ਮਹਾਰਾਸ਼ਟਰ ਦੇ ਵਿੱਚ ਮੈਂ ਤੁਹਾਨੂੰ ਖਬਰ ਦੱਸਦਾ, ਸੋਮਵਾਰ ਨੂੰ ਸਾਡੇ ਚੈਨਲ ਤੇ ਆਊਗੀ, ਇੱਕ 80 ਕਿਲੋ ਦਾ ਲੋਡ ਹੈ, 80 ਕਿਲੋ ਦਾ ਓਵਰਲੋਡ 72,000 ਦਾ ਚਲਾਨ ਹੋਇਆ ਹੋਣ ਲੱਗੇ ਮਹਾਰਾਸ਼ਟਰ ਦੇ ਵਿੱਚ। ਤੇ ਚਲੋ ਮਤਲਬ ਮੁੱਦੇ ਤੇ ਮੈਂ ਆਉਣਾ ਵੀ ਜੇ ਚਾਹੇ ਸਰਕਾਰ ਤਾਂ ਇੱਕ ਦਿਨ 'ਚ ਖਤਮ ਹੁੰਦਾ ਹੈ, ਪਰ ਉਹ ਇੱਕ ਤਰੀਕੇ ਨਾਲ ਵਪਾਰੀ ਮਜਬੂਰ ਕਰਦਾ, ਜੋ ਸਾਡੀ ਸਮਝ ਹੈ ਆਪਰੇਟਰ ਨੂੰ, ਆਪਰੇਟਰ ਦੀ ਹਿੰਮਤ ਹੀ ਹੈ ਨਹੀਂ ਇਹ ਕਹਿਣ ਦੀ ਵੀ ਮੈਂ ਪਾਉਂਦਾ ਨਹੀਂਗਾ ਓਵਰਲੋਡ। ਤੇ ਇੱਕ ਹੋਰ ਤੁਹਾਨੂੰ ਨਾਲ ਮੈਂ ਗੱਲ ਦੱਸਾਂ, ਜੇ ਮੈਨੂੰ 2 ਮਿੰਟ ਹੋਰ ਦਿਓ। ਮੋਟਰ ਵਹੀਕਲ ਐਕਟ ਹੈ ਜਿਹੜਾ ਤੁਹਾਡਾ 1988 ਦਾ, ਉਹਦੇ ਵਿੱਚ ਪਤਾ ਓਵਰਲੋਡ ਦੇ ਚਲਾਨ ਬਾਰੇ ਕੀ ਲਿਖਿਆ ਹੋਇਆ, ਕਿਹਨੂੰ ਚਲਾਨ ਹੋਣਾ ਚਾਹੀਦਾ ਉਹਦੇ 'ਚ ਲਿਖਿਆ ਵੀ ਜਿਹੜਾ ਓਵਰਲੋਡ ਕਰਦਾ, ਕੌਣ ਕਰਦਾ, ਮੰਨ ਲਓ ਗੱਡੀ ਮਾਲਕ ਕਰਦਾ ਜਾਂ ਡਰਾਈਵਰ ਕਰਦਾ, ਉਹਦੇ ਇਲਾਵਾ ਇੱਕ ਲਫ਼ਜ਼ ਲਿਖਿਆ ਕਾਜ਼ਿਸ, ਉਹਦਾ ਮਤਲਬ ਆ ਜਿਹੜਾ ਮਜਬੂਰ ਕਰਦਾ, ਜਿਹੜਾ ਕਹਿੰਦਾ, ਉਹ ਕੌਣ ਕਹਿੰਦਾ? ਵਪਾਰੀ ਕਹਿੰਦਾ ਨਾ, ਵਪਾਰੀ ਕਹਿੰਦਾ ਵੀ ਓਵਰਲੋਡ ਪਾ ਕੇ ਚੱਲ, ਉਹਨੂੰ ਨਹੀਂ ਪਤਾ ਵੀ ਕਿੰਨੇ ਟਨ ਵਾਲੀ ਗੱਡੀ ਹੈ, ਮੈਂ ਕਿੰਨਾ ਟਨ ਮਾਲ ਪਾਉਣਾ। ਉਹਦੇ ਵਿੱਚ ਇਹ ਲਿਖਿਆ ਵੀ ਜੇ ਤੁਹਾਡਾ 20,000 ਦਾ ਚਲਾਨ ਹੋਣਾ ਤਾਂ ਵਪਾਰੀ ਦਾ ਵੀ 20,000 ਦਾ ਹੋਣਾ। ਮੈਨੂੰ ਦੱਸਿਓ ਹੱਥ ਖੜਾ ਕਰਕੇ ਵੀ ਕਿਹੜੇ ਵਪਾਰੀ ਦਾ ਕਿਤੇ ਚਲਾਨ ਹੋਇਆ ਓਵਰਲੋਡ ਦਾ? ਕਿਸੇ ਦਾ ਨਹੀਂ ਹੋਇਆ ਜੀ। ਕਿਉਂ ਨਹੀਂ ਕਰਦੇ ਫਿਰ? ਕੀ ਗੱਲ ਬਈ? ਪੈਸੇ ਬਣਦੇ ਉਹਨਾਂ ਤੋਂ ਹੀ। ਤੁਹਾਡੇ ਨਾਲ ਕਾਹਦੀ ਦੁਸ਼ਮਣੀ ਆ? ਜਾਂ ਤਾਂ ਫਿਰ ਤੁਹਾਡੇ ਵੀ ਨਾ ਕਰਨ ਜਾਂ ਉਹਨਾਂ ਦੇ ਵੀ ਕਰਨ। ਤੁਸੀਂ ਵਪਾਰੀ ਦਾ ਕਰੋ, ਤੁਹਾਡਾ 20,000 ਦਾ ਕਰੋ, ਮੈਂ ਕਹਿੰਦਾ ਲੱਖ ਰੁਪਏ ਦਾ ਵਪਾਰੀ ਦਾ ਕਰੋ ਜੇ ਓਵਰਲੋਡ ਨਾ ਬੰਦ ਹੋ ਜੇ। ਕਿਸੇ ਆਰਟੀਓ ਨੂੰ ਚੈੱਕ ਕਰਨ ਦੀ ਲੋੜ ਨਹੀਂ ਹੈਗੀ। ਰਾਜਸਥਾਨ ਦੇ ਬੀਕਾਨੇਰ ਆਰਟੀਓ ਨੇ ਨੋਟਿਸ ਕੱਢਿਆ ਬਕਾਇਦਾ ਅਖਬਾਰ ਦੇ ਵਿੱਚ ਵੀ ਅੱਜ ਤੋਂ ਬਾਅਦ ਅਸੀਂ ਵਪਾਰੀਆਂ ਦਾ ਚਲਾਨ ਕਰਾਂਗੇ ਬਰਾਬਰ ਦਾ, ਓਵਰਲੋਡ ਹੋ ਜਾਓ। ਸਿੰਗਲ ਚਲਾਨ ਨਹੀਂ ਗਿਆ। ਅਸੀਂ ਉਹਨੂੰ ਪੁੱਛਿਆ ਵੀ ਕਰੋਗੇ ਕਿ ਨੋਟਿਸ ਹੀ ਛਾਪਿਆ, ਕਹਿੰਦਾ ਕਰਾਂਗੇ, ਇੱਕ ਨਹੀਂ ਆਇਆ। ਮੈਂ ਤੁਹਾਨੂੰ ਹੱਕ ਦੱਸ ਰਿਹਾ, ਤੁਹਾਡੇ ਐਕਟ ਦੇ ਵਿੱਚ ਲਿਖਿਆ ਬਈ ਵਪਾਰੀ ਦਾ ਚਲਾਨ ਹੋਣਾ ਚਾਹੀਦਾ, ਫੇਰ ਬੰਦ ਹੋਊਗਾ ਓਵਰਲੋਡ ਮੇਰੇ ਹਿਸਾਬ ਨਾਲ, ਜੇ ਜਿੱਦੇ ਵਪਾਰੀ ਦਾ ਚਲਾਨ ਹੋਣ ਲੱਗ ਗਿਆ। ਜਾਂ ਵਿੱਚ ਜਿਹੜਾ ਬੁਕਿੰਗ ਏਜੰਟ ਹੈ, ਟਰਾਂਸਪੋਰਟਰ ਜਿਹਨੂੰ ਕਹਿ ਦਿੰਦੇ ਹੋ, ਉਹਦਾ ਵੀ ਚਲਾਨ ਨਾਲ ਹੋਣਾ ਚਾਹੀਦਾ। ਐਕਟ ਕਹਿੰਦਾ ਹੋ ਸਕਦਾ। ਲਾਸਟ ਗੱਲ ਬਾਬਾ ਜੀ ਨੇ ਮੈਨੂੰ ਕਹੀ ਵੀ ਕਿਲੋਮੀਟਰ ਸਕੀਮ, ਮੈਂ ਉਹਨੂੰ ਇਸ ਤਰ੍ਹਾਂ ਸਮਝਿਆ ਵੀ ਮਿਨੀਮਮ ਭਾੜਾ ਤੈਅ ਹੋਣਾ ਚਾਹੀਦਾ ਟਰੱਕ ਦਾ। ਅੱਜ ਦੀ ਡੇਟ ਦੇ ਵਿੱਚ ਤੁਸੀਂ ਰਿਕਸ਼ਾ ਕਰਾ ਲਓ, ਰਿਕਸ਼ਾ, ਤੇ ਉਹਨੂੰ ਰਸਤੇ 'ਚ ਕਹੋ ਵੀ ਆਪਾਂ ਕਿਸੇ ਦੇ ਘਰੇ ਜਾਣਾ ਹੋਵੇ ਵੀ 10 ਮਿੰਟ ਰੁਕ ਜਾ, ਮੈਂ ਕੇਲੇ ਲੈ ਲਾਂ ਰਸਤੇ 'ਚੋਂ, ਤੁਹਾਨੂੰ ਰੁਕਣ ਨਹੀਂ ਦਿੰਦਾ ਛੇਤੀ। ਓਲਾ ਉਬਰ ਦੀ ਟੈਕਸੀ, ਹੁਣ ਤੁਸੀਂ ਚੰਡੀਗੜ੍ਹ ਵਾਲੀ ਆਏ ਹੋ, ਉਹਦੇ 'ਚ ਬਹਿ ਜਾਓ, ਤੁਸੀਂ
ਰਸਤੇ 'ਚ ਆਪ ਤਾਂ ਛੱਡੋ ਰੁਕਣਾ, ਤੁਸੀਂ ਟ੍ਰੈਫਿਕ 'ਚ ਫਸ ਗਏ, ਉਹਦਾ ਵੀ ਮੀਟਰ ਚੱਲਦਾ ਵੀ ਤੁਸੀਂ ਉਹਦਾ ਟਾਈਮ ਲਵਾਤਾ। ਤੁਹਾਡੀ 25 ਲੱਖ ਦੀ ਗੱਡੀ ਹੁੰਦੀ ਹੈ, 35 ਲੱਖ ਦਾ ਉਹਦੇ 'ਚ ਮਾਲ ਹੁੰਦਾ, ਤੁਹਾਡਾ ਵਪਾਰੀ ਅਨਲੋਡ ਹੀ ਨਹੀਂ ਕਰਦਾ, 3 ਦਿਨ 10 ਦਿਨ 15 ਦਿਨ ਗੱਡੀਆਂ ਖੜੀਆਂ ਰਹਿੰਦੀਆਂ। ਨੇਪਾਲ ਦੇ ਵਿੱਚ ONGC ਦਾ ਮਾਲ ਲੈ ਕੇ ਗੱਡੀਆਂ ਖੜੀਆਂ, 30 ਦਿਨ ਤੱਕ ਗੱਡੀਆਂ ਅਨਲੋਡ ਨਹੀਂ ਹੋਈਆਂ, ਡਰਾਈਵਰਾਂ ਕੋਲੇ ਰੋਟੀ ਦੇ ਪੈਸੇ ਮੁੱਕ ਗਏ, ਸਟਿੱਪਣੀ ਢਾਬੇ ਤੇ ਗਿਰਵੀ ਰੱਖ ਕੇ ਰੋਟੀਆਂ ਖਾਧੀਆਂ। ਆਹ ਹਾਲ ਆ ਤੁਹਾਡਾ, ਕਿਵੇਂ ਕਾਮਯਾਬ ਹੋ ਜਾਓਗੇ? ਅਨਲੋਡਿੰਗ ਦੇ ਵੀ ਪੈਸੇ ਲੈਣੇ ਚਾਹੀਦੇ ਆ, ਬਹੁਤ ਜ਼ਰੂਰੀ ਉਹ ਹੈ। ਤੁਹਾਡੀ ਗੱਡੀ ਅਗਲੇ ਦੇ ਉੱਥੇ ਪਹੁੰਚ ਗਈ, 5 ਘੰਟਿਆਂ ਦੇ ਅੰਦਰ ਅੰਦਰ ਗੱਡੀ ਅਨਲੋਡ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ 2000 ਰੁਪਇਆ ਪ੍ਰਤੀ ਦਿਨ, 3000 ਰੁਪਇਆ ਪ੍ਰਤੀ ਦਿਨ ਦੇ ਹਿਸਾਬ ਨਾਲ ਤੁਹਾਨੂੰ ਪੈਸੇ ਮੰਗਣੇ ਚਾਹੀਦੇ ਆ। ਹਜੇ ਤਾਂ ਮੰਗਣੇ ਨਹੀਂ ਸ਼ੁਰੂ ਕੀਤੇ, ਮਿਲਣੇ ਕਦੋਂ ਆ? ਤੁਹਾਡੀ ਬਿਲਟੀ ਦੇ ਉੱਪਰ ਲਿਖਿਆ ਹੋਣਾ ਚਾਹੀਦਾ ਵੀ ਹਾਲਟਿੰਗ ਚਾਰਜ ਮੇਰਾ 3000 ਰੁਪਇਆ ਪਰ ਡੇ ਦਾ, ਜਿਹੜਾ ਕਿ ਤੁਹਾਡਾ ਖਰਚਾ, ਤੁਹਾਡੀਆਂ ਕਿਸ਼ਤਾਂ, ਤੁਹਾਡੇ ਡਰਾਈਵਰ, ਹਰ ਚੀਜ਼ ਦਾ ਖਰਚਾ ਪਾ ਕੇ ਆ। ਤੁਸੀਂ ਮੰਗ ਹੀ ਨਹੀਂ ਰਹੇ, ਮਿਲੂਗਾ ਕਦੋਂ? ਪਹਿਲਾਂ ਤਾਂ ਉਹ ਪੈਸੇ ਮੰਗਣੇ ਚਾਹੀਦੇ ਆ। ਦੂਜੀ ਗੱਲ, ਜਿਹੜਾ ਮਿਨੀਮਮ ਫੇਅਰ ਹੈ ਵੀ ਇੱਕ ਘੱਟੋ ਘੱਟ ਭਾੜਾ ਤੈਅ ਹੋਣਾ ਚਾਹੀਦਾ, ਉਹਦਾ ਵੀ ਪ੍ਰਾਵਧਾਨ ਹੈਗਾ ਮੋਟਰ ਵਹੀਕਲ ਐਕਟ ਦੇ ਵਿੱਚ ਲਿਖਿਆ ਹੋਇਆ। ਜਿਵੇਂ ਬੱਸਾਂ ਦਾ ਤੈਅ ਹੈ, ਉਵੇਂ ਟਰੱਕਾਂ ਦਾ ਵੀ ਲਿਖਿਆ ਹੋਇਆ। ਉੱਥੇ ਟਰੱਕਾਂ ਦਾ ਜੇ ਸਰਕਾਰ ਅੱਜ ਚਾਹੇ 5 ਮਿੰਟਾਂ 'ਚ ਤੁਹਾਡਾ ਕਿਲੋਮੀਟਰ ਪ੍ਰਤੀ ਟਨ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਮਿਨੀਮਮ ਭਾੜਾ ਤੈਅ ਕਰਦੇ ਵੀ ਉਦੋਂ ਥੱਲੇ ਨਹੀਂ ਲੈ ਸਕਦੇ। ਮੈਂ ਕਹਿੰਦਾ ਮਿਨੀਮਮ ਵੀ ਤੈਅ ਕਰ ਦੋ, ਉੱਪਰ ਵਾਲਾ ਵੀ ਤੈਅ ਕਰ ਦੋ ਵੀ ਉਦੋਂ ਜ਼ਿਆਦਾ ਵੀ ਨਹੀਂ ਲੈ ਸਕਦੇ। ਉਹਦੇ ਵਿੱਚ ਤੁਹਾਡੀ ਬਾਰਗੇਨਿੰਗ ਹੈ, ਜਿੱਥੇ ਕਰ ਲਓ। ਇਹਦਾ ਵੀ ਪ੍ਰਾਵਧਾਨ ਮੋਟਰ ਵਹੀਕਲ ਐਕਟ ਦੇ ਵਿੱਚ ਹੈਗਾ। ਪਰ ਥੋੜੀ ਜਿਹੀ ਹੋਰ ਡਿਟੇਲ 'ਚ ਜਾਵਾਂ ਤਾਂ 2019 ਦੇ ਵਿੱਚ ਉਹਦੇ 'ਚ ਅਮੈਂਡਮੈਂਟ ਕਰਵਾਤੀ ਆ। ਉਹਨੂੰ ਥੋੜਾ ਜਿਹਾ ਤੁਹਾਡੇ ਹੱਕ ਥੋੜੇ ਜਿਹੇ ਤਾਂ ਖੋਲੇ ਆਲਰੇਡੀ ਉਹਨਾਂ ਨੇ, ਪਰ ਹਜੇ ਵੀ ਉਹਦੇ ਸਕੋਪ ਹੈਗਾ। ਜੇ ਤੁਸੀਂ ਜ਼ੋਰ ਮਾਰੋ ਤਾਂ ਇਹ ਚੀਜ਼ ਵੀ ਹੋ ਸਕਦੀ ਆ। ਮੇਰੇ ਕਹਿਣ ਦਾ ਮਤਲਬ ਇਹ, ਜਿਹੜੀਆਂ ਤੁਹਾਡੀਆਂ ਮੰਗਾਂ ਸਾਰੀਆਂ ਦੀਆਂ ਸਾਰੀਆਂ ਜਾਇਜ਼ ਆ। ਮੈਂ ਤਾਂ ਕਹਿੰਦਾ 2-3 ਹੋਰ ਮੰਗੋ ਨਾਲ, ਤੇ ਇਹ ਸਾਰਿਆਂ ਲਈ ਕੋਈ ਕਾਨੂੰਨ 'ਚ ਬਦਲਾਵ ਦੀ ਲੋੜ ਨਹੀਂ, ਪਹਿਲੇ ਹੀ ਕਾਨੂੰਨ 'ਚ ਲਿਖੀਆਂ ਵੀ ਆ। ਤੇ ਜਿਹੜੀ ਆਹ ਟਰੱਕ ਯੂਨੀਅਨ ਬਹਾਲ ਕਰਨ ਵਾਲੀ ਆ, ਸਿਰਫ ਇੱਕ ਨੋਟੀਫਿਕੇਸ਼ਨ ਟਰਾਂਸਪੋਰਟ ਡਿਪਾਰਟਮੈਂਟ ਜਾਰੀ ਕਰ ਸਕਦਾ, ਅੱਧੇ ਘੰਟੇ ਦੇ ਵਿੱਚ ਤੁਹਾਡੀਆਂ ਯੂਨੀਅਨਾਂ ਦੁਆਰਾ ਬਹਾਲ ਹੋ ਸਕਦੀ ਆ। ਲੱਗੇ ਰਹੋ, ਸਾਡੇ ਵੱਲੋਂ ਫੁੱਲ ਸਪੋਰਟ ਆ। ਤੇ ਤੁਹਾਨੂੰ ਇੱਕ ਵਾਰ ਫੇਰ ਮੁਬਾਰਕਬਾਦ ਇੱਥੇ ਇਕੱਠੇ ਹੋਣ ਲਈ। ਪਰ ਇਹ ਰਸ਼ ਅਗਲੀ ਵਾਰ ਉਹ ਲਾਸਟ ਟਰੱਕ ਤੱਕ ਹੋਣਾ ਚਾਹੀਦਾ, ਫੇਰ ਕੰਨ ਖੁੱਲਣਗੇ, ਮਾੜੇ ਮੋਟੇ ਨਾਲ ਗੱਲ ਨਹੀਂ ਖੁੱਲਣੀ ਹੈਗੀ। ਤੇ हमारे साथ आज गुरनाम सिंह जौहल जी हैं, जो पंजाब ट्रक एकता मंच के प्रेसिडेंट हैं। उनसे पूछेंगे कि क्या मेन डिमांड्स हैं आपकी, जो 2-3 जिस वजह से आपने यहाँ पर मोर्चा लगाया हुआ है। डिमांड तो सब दुनिया को पता है कि जो कैप्टन सरकार ने जो पंजाब में यूनियन ट्रक यूनियन चलती थी ना, इन्होंने भंग कर दी और क्या कि जो ट्रांसपोर्ट यूनियन आ ये किराया वध लेती है, तो इसको अपना जो किलोमीटर स्कीम है उसके अधीन इसको किराया दिया जाएगा। यूनियन भंग करके किलोमीटर स्कीम दी जाएगी, पर यूनियन तो भंग कर दी, पर जो हमारा किराया था वो कोई निश्चित नहीं किया। उसके बाद ये कह रहे थे कि ये यूनियन रहती है तो पंजाब में जो इंडस्ट्री वो नहीं आ रही, इनका रेट ज़्यादा है। पर 5 साल हो गए यूनियन भंग की नूं, जो इन्होंने कहते भी और कंपनियां आनियाँ, वो आने के बजाय सब चलिया गई। जे तो हमारा रेट ज़्यादा था फिर तो यूनियन ठीक ही बात भी भंग चाहिए थी। जे कोई कंपनी नहीं आई तो फिर इसका क्या मतलब है? जो ठेकेदारी सिस्टम है उसमें इनको ये थी भी ये यूनियन रहती है तो सरकार को पैसा 2 नंबर का नहीं मिलता। इन्होंने अपने एजेंट बना के उनको टेंडर दे दिया। जैसे टेंडर का रेट 120 रुपये है, पहला यूनियन को मिलता था 120 ही मिल जाता था, वो तो कारोबार अच्छा चलता था। पर इन्होंने अपने प्रेसिडेंट बना के यूनियन में बैठ के टेंडर उनको दवाते, जो कांग्रेस के एजेंट थे, ट्रांसपोर्ट एजेंट थे, हैप्पी संधू हुआ जो, और जैसे भी इन्होंने ये किया कि रेट तो बढ़ाए नहीं, सगों जो हमारी गाड़ी थी जिसका लोड 15, जैसे 10 टन गाड़ी है उस पर 15 टन का माल लोड होना था, उस पर 19 टन का कर दिया वो एक्स्ट्रा लोड। पर उसका फायदे के बहे हमें नुकसान हुआ, भाड़ा तो कोई पता नहीं, तेल वध गया। हुण असीं ये मंग करते हैं कि यूनियन बहाल कीतियां जाण सब पंजाब दियां, जो विच कारोबार दे विच ये ठेकेदारी सिस्टम है ये बंद किया जाए। जब ठेकेदारी सिस्टम बंद हो जाएगा जो ट्रांसपोर्ट धंधा वो कामयाब होएगा। पर इंडस्ट्री भी आएगी, जो कि प्राइवेट गड्डी आती है चोरी भी हो जाती है, माल भी नहीं मिलता को। प्राइवेट गड्डी वाले माल लिजा भी सकते हैं, तो जो यूनियन की गड्डी है कभी भी कोई चोरी नहीं हुई, ना उसका माल भंग होया। जे कोई बात होए भी तो यूनियन उसकी जिम्मेवार होती है। ये गड्डी का माल, ये गड्डी 4 गाड़ी का माल खड़ रही है, तो जो सड़क पर माल लेगी, सड़क टूट गई कोई बात नहीं। जब ओवरलोड गाड़ी जाती है नेकों परिवार उसके नीचे आन के मर चुके हैं। पर इन्होंने सरकारों ने एक आपदा पैसा बचाने की खातर जो ओवरलोड सिस्टम है वो चालू रखा है। जो गड्डी सही काम कर रही है उसका चलान हो रहा है। जैसे बठिंडे में रेता पठानकोट से जा रही है, उसका चलान कर देते हैं अमृतसर में,
ये डेंजर लोड है, डेंजर लोड का चलान कर दिया, 50,000 30,000 जुर्माना डाल दिया। जुर्माना डालने के बाद क्या उसका डेंजर लोड कट गया और बठिंडे के जाके उतरनी है। जैसे कानून कहता है भी जो भी ओवरलोड गड्डी पर आता है उसको भी जुर्माना चाहिए और जो उतारता उसको भी जुर्माना चाहिए, पर कला गाड़ी वाले कोई जुर्माना कर देते हैं तो जो पुराने वाला उसको कभी इन्हें जुर्माना नहीं किया, जो वो माल उतरवाता उसको कभी जुर्माना नहीं किया। ये ट्रांसपोर्ट धंधे ना दिनों दिन धक्का हो रहा वा। ये लिए हम सारे पंजाब में एक करके 6 महीने के चले हैं और जिन्हें DC है, SP है, ट्रैफिक है, DDO है, सबको हमने मेमोरेंडम दिए, ओवरलोड बंद करो, यूनियन बहाल करो, ठेकेदारी सिस्टम बंद करो, पर हमारी कहीं सुनवाई नहीं हुई। कैप्टन साहब को भी हमने मेमोरेंडम दिया पर वो उतर गए, उन्हें यूनियन भंग की, वह वो हाल हो गया। अब चन्नी और राजा वड़िंग है मंत्री, उनके पास भी हमने क्या वो 2 दिन 4 दिन का वायदा करते हैं, उनको यह कि 2-4 दिन कह के समा टपा देंगे। जैसे कि जहाँ DSP साहब आए थे, जहाँ के SDM साहब आए थे, वो कह रहे थे 4 दिन ठहर जो, तुम्हारी यूनियन बहाल है। हमने क्या हमारे ले जहाँ पे मंत्री ऐलान करे चन्नी साहब कि यूनियन बहाल है, फिर हमें विश्वास है जहाँ राजा वड़िंग जहाँ आके आन के भी आपकी यूनियन बहाल है, ठीक है चन्नी नहीं यहाँ आ सकते हैं, जहाँ है वहाँ ऐलान कर दे। पर उनका ख्याल है कि ऐसे ऐसे करते चोन जाब्ता आ जाएगा तो काम पीछे रहेगा। हमें बता देना चाहते हैं कि जहाँ पे हम इकट्ठे हो रहे हैं रोड जाम नहीं करना। जब हम रोड जाम करते हैं पब्लिक को नुकसान होता है, इसलिए हमने ये गवर्नमेंट को संदेशा देना चाहते हैं भी जहाँ से हमारी यूनियन बहाल करो, किलोमीटर स्कीम लागू करो, जे ठेकेदारी सिस्टम है वो बंद करो। ये नहीं करते तो जैसे भारतीय जनता पार्टी को अपने वोटा मंगने की खातर ਜਾਂ वैसे पिंडा में जाने की खातर किसान संघर्ष कमेटी ने बंद कर दिया ही, ऐसे ही 2 दिन के बाद चन्नी जहाँ भी जाएगा, जहाँ राजा वड़िंग जहाँ कांग्रेस पार्टी का कोई भी आदमी तो हमारी पार्टी उन्होंने पिंडा में जाके इन्हों दी रैलियां दे विच इन्हां दा विरोध करूगी, क्योंकि सानू पता है जे ਅਸੀਂ रोड जाम करते हैं उसको पब्लिक को नुकसान है। पर जे इन्होंने साडे नाल धक्का कीता तो असीं भी इन्हां नूं पिंडां 'च नहीं वड़न देंगे, उत्थे कालियां झंडियां दिखावांगे। जिहड़ा ये साडा धरना वा ये लगातार चालू आ, जितना चिर बहाल नहीं हुंदा उतनी देर हम इस धरना नहीं उठाएंगे। जहाँ से ट्रक भर के वहाँ जाएगा, जहाँ चन्नी जाएगा, जहाँ राजा वड़िंग जाएगा, जहाँ उनका कोई लीडर है जिसने यूनियन भंग किया। कितनी पंजाब की यूनियन इस समय यहाँ पर इकट्ठी हैं? पंजाब की 135-40 यूनियन थी, जब इन्होंने यूनियन भंग कर दी फिर वो जो 35-40 यूनियन थे ख़त्म ही हो गया। जैसे जिस यूनियन में 100 गाड़ी थी उसमें 50 रहेगी, 50 के बाद 30 रहेगी, 30 के बाद 10 रहेगी, ख़त्म हो गया। यह करके 100 से अंदर यूनियन आ गई। परसों हमने गिनती की ही, हमारे पास उस दिन 70 यूनियन ने लिखती रिपोर्ट की ही। कल हमारे जितने प्रधान है अपनी कमेटी के मैंबर है ये सारे जिले में गए, आपो अपने जिले के विचों जितना निक्कियां यूनियन है, हमारा आम तन डिस्ट्रिक्ट के प्रेजिडेंट हैं, जैसे अजनाले यूनियन है उनके वहाँ सुखदेव सिंह वेरू जी प्रधान है, ऐसे जितनियां भी यूनियन अहीं उन्होंने जो आदमियों को लेके होने से हैं पंजाब के। अब टोटली इसमें कोई कांग्रेसी का मतलब नहीं, इसमें अकाली दल का मतलब नहीं, जितने भी ट्रांसपोर्टर हैं और पंजाब दी जितनी भी यूनियन हैं सारे हमारे सहमत हैं, सारे के फोन आ रहे हैं। तो अजय हम कह रहे हैं भी थोड़े आदमी आओ, जे हमें कोई और खतरा जापा या कोई बात हुई फिर हर एक यूनियन के जितने आदमी हैं वो लेके आएंगे और जहाँ जहाँ गाड़ी है कच्चे माल की पक्के माल की वहाँ खड़ी कर देंगे। अजय तो इनको ये कह रहे हैं कि 2-4 दिन में हमारा काम हो जाता, ठीक है, नहीं तो ये इनका जिम्मेवारी होगी। तो पंजाब ट्रक एकता मंच के जो प्रेसिडेंट हैं उनका सीधी डिमांड, जो बड़ी डिमांड है, वैसे कई डिमांड्स हैं ओवरलोड को रोकना आदि, लेकिन मेन डिमांड वो है कि जो पंजाब में ट्रक यूनियनों को भंग कर दिया गया था 2017 में जब कांग्रेस गवर्नमेंट आई यहाँ पर, उसको दोबारा से बहाल किया जाए, ये सबसे बड़ी मांग है। और अगर नहीं पूरी होती 3-4 दिन तक वो वेट करने के मूड में हैं, उनको कुछ आश्वासन आए हैं कहीं से, लेकिन अगर 3-4 दिन में कुछ नहीं होता तो अपनी एजिटेशन को और तेज़ करेंगे। सड़कें भी रोकी जा सकती हैं, CM का घेराव हो सकता है, ट्रांसपोर्ट मिनिस्टर का घेराव हो सकता है। तो वो पूरे मूड में है आर पार की लड़ाई में। तो और पंजाब में इलेक्शन होने वाले हैं फरवरी में और दिसंबर एंड में ही शायद या जनवरी के शुरू में चोन जाब्ता लग सकता है। तो उससे पहले ही इस लड़ाई का इस एजिटेशन का निर्णय होना है, जीत होगी या सरकार अपनी जिद पर अड़ी रहेगी। तो जो भी इसके ऊपर डेवलपमेंट होगी ट्रांसपोर्ट TV और हम आपको ज़रूर बताएंगे। बहुत बहुत शुक्रिया। दोस्तों, मैं जानता हूं कि ट्रांसपोर्ट के कारोबार में आपको ढेरों चिंताएं हैं, लेकिन अब कम से कम अपनी गाड़ी के बीमे की चिंता छोड़ दें। अपनी गाड़ी का बीमा सिर्फ और सिर्फ ट्रांसपोर्ट मॉल से ही करवाएं।
प्रीमियम आपको सबसे कम मिलेगा, पॉलिसी में किसी तरह की कोई कमी नहीं होगी और क्लेम हॉटलाइन की सुविधा 24 घंटे मिलेगी। तो अभी ट्रांसपोर्ट मॉल ऐप के बीमा सेक्शन में अपनी गाड़ियों के नंबर डालें या फिर 90-831 पर अपनी गाड़ियों के नंबर व्हाट्सएप करें। आप भरोसा कर सकते हैं। ट्रांसपोर्ट टीवी पर देखना चाहते हैं हर दिन 3 गुना खबरें? तो ट्रांसपोर्ट टीवी को देखें ट्रांसपोर्ट मॉल ऐप पर। 3 गुना खबरें यानी 3 गुना जानकारी, 3 गुना लाभकारी। आज ही गूगल प्ले स्टोर से डाउनलोड करें ट्रांसपोर्ट मॉल ऐप।